ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਅੱਜ ਦਾ ਦਿਨ ਆਪ ਨੇ ਸਾਨੂੰ ਦਿੱਤਾ। ਇਸ ਦਿਨ ਵਿੱਚ ਤੇਰੀ ਮਹਿਮਾ, ਤੇਰੀ ਵਡਿਆਈ ਹੋਵੇ ਅਤੇ ਤੇਰਾ ਹੀ ਨਾਮ ਉੱਚਾ ਹੋਵੇ, ਕਿਉਂਕਿ ਤੂੰ ਮਹਿਮਾ ਦਾ ਅਤੇ ਪਰਮੇਸ਼ਰ ਪਿਤਾ ਵਡਿਆਈ ਦਾ ਪ੍ਰਤੀਕ ਹੈ। ਜਿੰਨੇ ਤੈਨੂੰ ਲੋਚਦੇ ਨੇ ਉਹ ਤੇਰੇ ਕੋਲੋਂ ਤੇਰੀ ਸ਼ਕਤੀ ਪਾ ਕੇ ਤੇਰਾ ਜੀਵਨ ਜਿਉਂਦੇ ਨੇ ਅਤੇ ਤੇਰੇ ਕੋਲੋਂ ਪ੍ਰਤੀਫਲ ਪ੍ਰਾਪਤ ਕਰਦੇ ਨੇ। ਅਜਿਹਾ ਹੋਣ ਦੇ ਲਈ ਮਦਦ ਕਰ। ਸੁਣਨ ਵਾਲੇ ਅਤੇ ਬੋਲਣ ਵਾਲੇ ਨੂੰ ਆਪਣਾ ਬਲ ਬਖਸ਼। ਸਾਰਾ ਆਦਰ ਮਾਣ ਆਪ ਨੂੰ ਦਿੰਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਵਚਨ ਦਾ ਜੋ ਮੈਂ ਭਾਗ ਲਿਆ ਹੈ ਉਹ ਹੈ ਦੂਸਰਾ ਪਤਰਸ 2 ਅਧਿਆਏ ਉਸ ਦੀ 2 ਅਤੇ 15 ਆਇਤ। ਇਸ ਖੰਡ ਦਾ ਲੈਣ ਦਾ ਮੇਰਾ ਇੱਕ ਖਾਸ ਮਕਸਦ ਹੈ। ਪਿਛਲੇ ਦਿਨਾਂ ਦੇ ਵਿੱਚ ਮੈਨੂੰ ਕੁਝ ਸਾਡੇ ਹੀ ਭਾਈਆਂ ਨੇ ਇੱਕ ਗੱਲ ਆਖੀ ਹੈ ਕਿ ਜਿਨ੍ਹਾਂ ਨੂੰ ਤੁਸੀਂ ਸਿੱਖਿਆ ਦਿੱਤੀ ਹੈ, ਜਿਨ੍ਹਾਂ ਨੂੰ ਤੁਸੀਂ ਤਿਆਰ ਕੀਤਾ ਹੈ, ਉਹ ਜੋ ਵਚਨ ਤੁਸੀਂ ਦਿੱਤਾ ਉਸ ਦੇ ਉੱਤੇ ਖੜੇ ਨਾ ਰਹੇ। ਸੋਚੋ, ਜਦੋਂ ਇਹ ਗੱਲ ਕੋਈ ਆਖਦਾ ਹੈ ਆਪ ਦੇ ਬਾਰੇ ਜਾਂ ਕਿਸੇ ਸਿਖਾਉਣ ਵਾਲੇ ਦੇ ਬਾਰੇ, ਤਾਂ ਉਸ ਨੂੰ ਕਿੰਨਾ ਜ਼ਿਆਦਾ ਆਪਣੇ ਆਪ ਦੇ ਵਿੱਚ ਇਹ ਫੀਲ ਹੁੰਦਾ ਹੈ ਕਿ ਮੈਂ ਜੋ ਸਿਖਾਇਆ ਉਸ ਦੇ ਉੱਤੇ ਖੜੇ ਨਾ ਰਹੇ। ਪ੍ਰਭੂ ਯਿਸੂ ਮਸੀਹ ਨੇ ਵੀ ਆਪਣੇ ਚੇਲਿਆਂ ਨੂੰ ਜਦੋਂ ਸਿਖਾਇਆ ਉਹ ਖੜੇ ਨਾ ਰਹੇ, ਵਾਪਸ ਮੁੜ ਗਏ ਅਤੇ ਕੁਝ ਉਸ ਦੇ ਨਾਲ ਚੱਲਦੇ ਰਹੇ। ਇਸ ਗੱਲ ਦੇ ਵਿੱਚ ਸਾਨੂੰ ਪ੍ਰਭੂ ਦਾ ਵਚਨ ਕੀ ਕਹਿੰਦਾ ਹੈ ਉਸ ਦੀ ਸਿੱਖਿਆ ਮੈਂ ਆਪ ਦੇ ਨਾਲ ਵੰਡਣ ਜਾ ਰਿਹਾ ਹਾਂ। ਇੱਥੇ ਪਹਿਲਾਂ ਤਾਂ ਮੈਂ ਉਹ ਖੰਡ ਨੂੰ ਪੜਾਂਗਾ ਜਿਹੜਾ ਦੂਸਰਾ ਪਤਰਸ 2 ਅਧਿਆਏ ਉਸ ਦੀ 2 ਅਤੇ 15 ਹੈ। ਪਹਿਲਾਂ ਕਹਿੰਦਾ ਹੈ, ਬਹੁਤੇ ਉਹਨਾਂ ਦੇ ਲੁੱਚਪਣੇ ਦੇ ਮਗਰ ਲੱਗ ਕੇ ਤੁਰਨਗੇ ਅਤੇ ਉਹਨਾਂ ਦੇ ਕਾਰਨ ਸੱਚਾਈ ਦੇ ਮਾਰਗ ਦੀ ਬਦਨਾਮੀ ਕੀਤੀ ਜਾਵੇਗੀ। ਉਹ ਸਿੱਧ ਰਾਹ ਨੂੰ ਛੱਡ ਕੇ ਕੁਰਾਹੇ ਪੈ ਗਏ ਅਤੇ ਬਿਓਰ ਦੇ ਪੁੱਤਰ ਬਿਲਾਮ ਦੇ ਮਗਰ ਹੋ ਤੁਰੇ, ਜਿਨ੍ਹਾਂ ਨੇ ਕੁਧਰਮ ਦੀ ਮਜ਼ਦੂਰੀ ਨੂੰ ਪਿਆਰਾ ਜਾਤਾ। ਇਸ ਗੱਲ ਦੇ ਵਿੱਚ ਜੋ ਇਹ ਖੰਡ ਪੜ੍ਹਿਆ ਹੈ, ਇਹ ਅੱਜ ਦੇ ਮੌਜੂਦਾ ਹਾਲਾਤਾਂ ਦੇ ਉੱਤੇ ਉਹਨਾਂ ਵਿਸ਼ਵਾਸੀਆਂ ਦੇ ਲਈ ਜਿਹੜੇ ਸੱਚ ਨੂੰ ਜਾਣਦੇ ਹੋਏ ਅੱਖਾਂ ਫੇਰ ਬੈਠੇ ਨੇ, ਉਹਨਾਂ ਵਿਸ਼ਵਾਸੀਆਂ ਦੇ ਲਈ ਜਿਹੜੇ ਸੱਚ ਨੂੰ ਜਾਣਦੇ ਹੋਏ ਵੀ ਉਸ ਦੀ ਪਾਲਣਾ ਨਹੀਂ ਕਰਦੇ, ਜਿਹੜੇ ਸੰਸਾਰ ਨੂੰ ਦੇਖ ਕੇ ਸੰਸਾਰ ਨੂੰ ਆਪਣੇ ਜੀਵਨ ਵਿੱਚ ਖੁਸ਼ ਕਰਨਾ ਚਾਹੁੰਦੇ। ਆਓ ਆਪਾਂ ਸਹੀ ਰਾਹ ਉੱਤੇ ਚੱਲਣ ਨੂੰ ਆਪਣੀ ਪਹਿਲੀ ਤਰਜੀਹ ਦਈਏ। ਇਹ ਸਾਡੇ ਜੀਵਨ ਦਾ ਇੱਕ ਮਕਸਦ ਅਤੇ ਇੱਕ ਉਲੇਖ ਹੋਣਾ ਚਾਹੀਦਾ। ਜਦੋਂ ਪਰਮੇਸ਼ਰ ਸਾਨੂੰ ਬੁਲਾਉਂਦਾ ਹੈ ਤਾਂ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਦੱਸੇ ਹੋਏ ਸਹੀ ਮਾਰਗਾਂ ਦੀ ਤਰਜੀਹ ਦੇ ਉੱਤੇ ਚਲੀਏ। ਜਿਵੇਂ ਮੈਂ ਪਿਛਲੇ ਦਿਨਾਂ ਦੇ ਵਿੱਚ ਦੱਸਿਆ, ਇੱਕ ਧਨੀ ਵਿਅਕਤੀ ਪ੍ਰਭੂ ਯਿਸੂ ਮਸੀਹ ਦੇ ਕੋਲ ਆਇਆ। ਉਹ ਸਭ ਕੁਝ ਕਰ ਰਿਹਾ ਸੀ, ਪਰ ਧਨ ਦੀ ਉਸ ਬਦੀ ਦੇ ਕਾਰਨ ਉਹ ਯਿਸੂ ਦੇ ਪਿੱਛੇ ਨਾ ਚੱਲ ਸਕਿਆ। ਬਹੁਤੇ ਵਿਸ਼ਵਾਸੀ ਇਸ ਤਰ੍ਹਾਂ ਦੇ ਹੈ ਜੋ ਕਿ ਸੱਚਾਈ ਦਾ ਰਾਹ ਹੈ, ਜਿਹੜਾ ਪਰਮੇਸ਼ਰ ਦੀ ਪਵਿੱਤਰਤਾ ਨਾਲ ਮੇਲ ਖਾਉਂਦਾ ਹੈ। ਪਰਮੇਸ਼ਰ ਦੇ ਨਾਲ ਚੱਲਣਾ, ਉਹਦੇ ਵਚਨ ਦੇ ਨਾਲ ਚੱਲਣਾ, ਇਹ ਸੱਚਾਈ ਦੇ ਰਾਹ ਦੇ ਨਾਲ ਮੇਲ ਖਾਂਦਾ ਹੈ। ਜਿਹੜੇ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਮੇਲ ਖਾਂਦੇ ਚੱਲਦੇ ਨੇ, ਉਹਨਾਂ ਦੀ ਪਛਾਣ ਇਸ ਧਰਤੀ ਦੇ ਉੱਤੇ ਯਿਸੂ ਮਸੀਹ ਦੇ ਜੀਵਨ ਦੇ ਨਾਲ ਪਰਮੇਸ਼ਰ ਦੇ ਪੁੱਤਰਾਂ ਜਿਹੀ ਹੁੰਦੀ ਹੈ। ਬਾਈਬਲ ਇਹ ਦੱਸਦੀ ਹੈ। ਔਰ ਕਿੰਨਾ ਦੇਖਣਾ ਦੁਖਦਾਈ ਹੈ ਉਹਨਾਂ ਅਖੌਤੀ ਮਸੀਹਾ ਲੋਕਾਂ ਨੂੰ
ਤੇ ਇੱਥੋਂ ਤੀਕ ਕਿ ਸੱਚੇ ਵਿਸ਼ਵਾਸੀਆਂ ਨੂੰ ਜਿਨ੍ਹਾਂ ਨੇ ਸੱਚਾਈ ਦਾ ਰਾਹ ਛੱਡ ਦਿੱਤਾ। ਅਜਿਹੀ ਭਟਕਣ ਕਲੀਸਿਆ ਦੇ ਇਤਿਹਾਸ ਦੇ ਸ਼ੁਰੂਆਤੀ ਦਿਨਾਂ ਵਿੱਚ ਸ਼ੁਰੂ ਹੋ ਗਈ ਸੀ। ਪੈਸੇ ਦੇ ਪਿਆਰ ਕਰਨ ਵਾਲੇ, ਜੋ ਕਿ ਮੂਰਤੀ ਪੂਜਾ ਦਾ ਇੱਕ ਰੂਪ ਹੈ, ਜਿਸ ਦੇ ਬਾਰੇ ਪੌਲਸ ਤਿਮੋਥੀਅਸ ਦੇ ਵਿੱਚ ਲਿਖਦਾ ਹੈ। ਸੱਚ ਜਾਣਦੇ ਹੋਏ ਵੀ ਸੱਚ ਦੇ ਮਗਰ ਨਾ ਤੁਰੇ। ਬਾਈਬਲ ਦੀ ਇੱਕ ਅੱਛੀ ਸਿੱਖਿਆ ਦਿੱਤੀ ਗਈ ਹੈ। ਮੈਂ ਆਪਣੇ ਜੀਵਨ ਦੇ ਬਾਰੇ ਆਪ ਨੂੰ ਦੱਸਾਂਗਾ ਕਿ ਜਿਸ ਕਲੀਸਿਆ ਦੇ ਵਿੱਚੋਂ ਮੈਨੂੰ ਪ੍ਰਭੂ ਦੀ ਸੇਵਾ ਦੇ ਲਈ ਜਿਸ ਖੇਤਰ ਦੇ ਵਿੱਚ ਭੇਜਿਆ ਗਿਆ, ਅੱਜ ਤੱਕ ਮੈਂ ਆਪਣੇ ਉਸ ਹੋਮ ਕਲੀਸਿਆ ਦੇ ਲਈ ਕਦੇ ਵੀ ਪਰਮੇਸ਼ਵਰ ਦੇ ਵਚਨ ਦੇ ਲਈ ਨਿੰਦਨੀਏ ਨਹੀਂ ਹੋਇਆ। ਮੈਂ ਪਰਮੇਸ਼ਰ ਦੇ ਵਚਨ ਦੇ ਨਾਲ ਕਦੇ ਵੀ ਕੰਪਰੋਮਾਈਜ਼ ਨਹੀਂ ਕੀਤਾ। ਔਰ ਪਰਮੇਸ਼ਰ ਦਾ ਵਚਨ ਸਿਖਾਉਂਦਾ ਵੀ ਇਹੀ ਹੈ ਕਿ ਸਾਨੂੰ ਕਦੇ ਵੀ ਕੰਪਰੋਮਾਈਜ਼। ਬਹੁਤ ਸਾਰੇ ਧਨੀ ਲੋਕ ਤੁਹਾਡੇ ਕੋਲ ਆਣਗੇ, ਭਾਜੀ ਇਦਾਂ ਕਰ ਲਓ, ਨਥਿੰਗ ਐਲਸ, ਕਿੰਨਾ ਵੀ ਵੱਡਾ ਆ ਜਾਏ। ਪੌਲਸ ਰਸੂਲ ਕੋਲ ਇੱਕ ਔਜ਼ਾਈ ਕਰਨ ਵਾਲਾ ਆਇਆ, ਉਹਨੇ ਕਿਹਾ ਮੈਂ ਤੈਨੂੰ ਇੰਨੇ ਪੈਸੇ ਦਵਾਂਗਾ, ਤੂੰ ਮੈਨੂੰ ਇਹ ਗੁਣ ਦੇ ਦੇ। ਪੌਲਸ ਰਸੂਲ ਨੇ ਉਸੇ ਵੇਲੇ ਉਹਨੂੰ ਝਿੜਕ ਦਿੱਤਾ। ਪਰਮੇਸ਼ਰ ਦੇ ਵਚਨ ਨੂੰ ਅਤੇ ਪਰਮੇਸ਼ਰ ਦੇ ਸੱਚਾਈ ਦੇ ਰਾਹ ਨੂੰ ਅਸੀਂ ਕਿਸੇ ਦੇ ਪੈਸੇ ਦੇ ਮੌਖਿਕ ਨੂੰ ਦੇਖ ਕੇ ਚੇਂਜ ਨਹੀਂ ਕਰ ਸਕਦੇ। ਬਹੁਤੇ ਲੋਕ ਨੇ ਜਿਨ੍ਹਾਂ ਨੇ ਧਰਮ ਨੂੰ, ਇਸ ਧਾਰਮਿਕਤਾ ਨੂੰ ਪੈਸੇ ਅਤੇ ਸੋਨੇ ਅਤੇ ਚਾਂਦੀ ਦੇ ਨਾਲ ਉਹਨਾਂ ਦੇ ਮੂੰਹ ਦੇ ਦੇਖਦੇ ਹੋਏ ਸ਼ਬਦਾਂ ਨੂੰ ਚੇਂਜ ਕਰ ਲਿਆ। ਮੈਨੂੰ ਇੱਕ ਅਜਿਹਾ ਪਰਿਵਾਰ ਵੀ ਪਤਾ ਹੈ, ਇੱਕ ਅਜਿਹੇ ਲੋਕ ਵੀ ਪਤਾ ਹੈ। ਜਦੋਂ ਮੈਂ ਸ਼ੁਰੂਆਤੀ ਦਿਨਾਂ ਦੇ ਵਿੱਚ ਇੱਥੇ ਆਇਆ ਸੀ ਤਾਂ ਉਹਨਾਂ ਨੇ ਕਿਹਾ ਭਾਜੀ ਤੁਸੀਂ ਇਹਨਾਂ ਨੂੰ ਬਪਤਿਸਮਾ ਦੇ ਦਿਓ। ਮੈਂ ਕਿਹਾ ਜਦ ਤੱਕ ਮੈਂ ਬਪਤਿਸਮੇ ਦੀ ਸਹੀ ਸਿੱਖਿਆ ਆਪਣੇ ਲੋਕਾਂ ਨੂੰ ਨਹੀਂ ਦਿੰਦਾ, ਉਦੋਂ ਤੱਕ ਮੈਂ ਨਹੀਂ ਦੇ ਸਕਦਾ। ਤੇ ਜਦੋਂ ਮੈਨੂੰ ਪਤਾ ਲੱਗਾ ਕਿ ਉਹ ਸ਼ਰਾਬ ਪੀਂਦੇ ਨੇ, ਉਹ ਆਪਣਾ ਸਿਗਰਟ ਪੀਂਦੇ ਨੇ, ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਭਾਜੀ ਤੁਸੀਂ ਬਪਤਿਸਮਾ ਦੇ ਦਿਓ, ਚੇਂਜ ਹੋ ਜਾਣਗੇ। ਨਥਿੰਗ ਐਲਸ। ਪਰਮੇਸ਼ਰ ਦਾ ਵਚਨ ਕਦਾਈ ਵੀ ਇਜਾਜ਼ਤ ਨਹੀਂ ਦਿੰਦਾ ਹੈ। ਚਰਚ ਉਹਨਾਂ ਦਾ ਸੀ, ਉਹਨਾਂ ਨੇ ਪੈਸੇ ਅੱਗੇ ਰੱਖੇ ਹੋਏ ਸੀ, ਮੈਂ ਸਮਝੌਤਾ ਨਹੀਂ ਸੀ ਕਰ ਸਕਦਾ, ਮੈਂ ਕੰਪਰੋਮਾਈਜ਼ ਨਹੀਂ ਸੀ ਕਰ ਸਕਦਾ। ਪਰ ਅੱਜ ਕੱਲ ਦੇ ਇਸ ਸਮੇਂ ਦੇ ਵਿੱਚ ਲੋਕ ਗਲਤ ਸਿੱਖਿਆ ਦੇ ਮਗਰ ਲੱਗ ਕੇ ਆਪਣੇ ਆਪ ਦੇ ਈਮਾਨ ਨੂੰ ਵੇਚ ਕੇ ਪਰਮੇਸ਼ਰ ਦੇ ਵਚਨ ਨੂੰ ਸਮਝਦੇ ਹੋਏ ਵੀ ਆਪਣੇ ਜ਼ਮੀਰ ਦੇ ਪ੍ਰਤੀ ਪਰਮੇਸ਼ਰ ਦੇ ਨਿਮਿਤ ਉਸ ਦੀ ਦਿੱਤੀ ਹੋਈ ਆਸ਼ੀਸ਼ ਨੂੰ ਖੋ ਦਿੰਦੇ। ਆਸ਼ੀਸ਼ ਨੂੰ ਖੋ ਦਿੰਦੇ। ਇਹ ਬਹੁਤ ਵੱਡਾ ਇੱਕ ਚਿੰਨ੍ਹ ਹੈ, ਇੱਕ ਬਹੁਤ ਵੱਡਾ ਰਹੱਸ ਹੈ। ਸਹੀ ਰਾਹ ਤਿਆਗ ਦਿੱਤਾ ਗਿਆ ਜਦ ਲੋਕਾਂ ਨੇ ਗਲਤ ਸਿੱਖਿਆ ਆਪਣੇ ਲਈ। ਇੱਕ ਰੱਬੀ ਤ੍ਰਿਏਕਤਾ, ਇਹਦੇ ਵਿੱਚ ਕੁਝ ਖੰਡ ਹੈ ਜੋ ਮੈਂ ਆਪ ਨੂੰ ਦੱਸ ਰਿਹਾ। ਰੱਬੀ ਤ੍ਰਿਏਕਤਾ, ਕੁਆਰੀ ਤੋਂ ਜਨਮ, ਪ੍ਰਭੂ ਯਿਸੂ ਦੇ ਸਰੀਰਕ ਪੁਨਰੁਥਾਨ ਦਾ ਇਨਕਾਰ ਕੀਤਾ ਤੇ ਉਸ ਦੀ ਵਾਪਸੀ, ਦੂਸਰੀ ਆਮਦ ਦਾ ਇਨਕਾਰ ਕੀਤਾ। ਇਹ ਪਹਿਲੀ ਸ਼ਤਾਬਦੀ ਦੇ ਵਿੱਚ ਇਹ ਗੱਲਾਂ ਹੋਈਆਂ, ਅੱਜ ਵੀ ਹੋ ਰਹੀਆਂ। ਬਾਣੀ ਦੇ ਵਿੱਚ ਲਿਖਿਆ ਹੈ ਪਰਮੇਸ਼ਵਰ ਦੇ ਜਿਹੜੇ ਚੇਲੇ ਸੀ, ਪਰਮੇਸ਼ਵਰ ਦੇ ਲੋਕ ਸੀ, ਉਹ ਬੜੀ ਸਾਦਗੀ ਦੇ ਵਿੱਚ ਰਹਿੰਦੇ ਸੀ। ਤੇ ਅੱਜ ਸਾਦਗੀ ਖਤਮ ਹੋ ਗਈ ਆ ਮਸੀਹੀ ਲੋਕਾਂ ਦੇ ਵਿੱਚ। ਪਰਮੇਸ਼ਰ ਦਾ ਵਚਨ ਕਹਿੰਦਾ ਹੈ ਜਿੱਦਾਂ ਤੁਸੀਂ ਮੇਰੇ ਕੋਲ ਆ ਕੇ ਮੈਨੂੰ ਸਵੀਕਾਰ ਕਰਦੇ ਹੋ ਕਿ ਪ੍ਰਭੂ ਮੈਂ ਪਾਪੀ ਹਾਂ, ਤੂੰ ਮੇਰੇ ਪਾਪੀ ਦੇ ਲਈ ਮਾਰਿਆ ਗਿਆ, ਗੱਡਿਆ ਗਿਆ ਤੇ ਤੀਸਰੇ ਦਿਨ ਜੀ ਉੱਠਿਆ, ਹੁਣ ਤੂੰ ਮੇਰਾ ਪ੍ਰਭੂ ਹੈ, ਹੁਣ ਮੇਰਾ ਜੀਵਨ ਮੇਰਾ ਨਹੀਂ ਤੇਰਾ ਹੈ।
ਪ੍ਰਭੂ ਉਹਨਾਂ ਨੂੰ ਸਵੀਕਾਰ ਕਰ ਲੈਂਦਾ ਹੈ। ਜਿੱਦਾਂ ਹੈ ਉਸੇ ਤਰ੍ਹਾਂ ਸਵੀਕਾਰ, ਪਰ ਉਹ ਦੁਨੀਆ ਦੀ ਪਲੀਤੀ ਆਪਣੇ ਵਿੱਚ ਲਿਆ ਕੇ ਕਹਿੰਦੇ ਪ੍ਰਭੂ ਦੇ ਨਾਲ ਚੱਲਦਾ ਹੈ ਜੀ। ਇੰਨੇ ਬਿਊਟੀਸ਼ੀਅਨ, ਇੰਨੇ ਸੁੰਦਰ ਉਹ ਲੋਕ ਹੈ, ਫਿਰ ਵੀ ਉਹ ਦੁਨੀਆ ਦੀ ਪਲੀਤੀ ਆਪਣੇ ਮੂੰਹ ਦੇ ਉੱਤੇ ਲਪੇਟ ਲੈਂਦੇ ਆ, ਆਪਣੇ ਮੂੰਹ ਨੂੰ ਲਾਲ ਪੀਲਾ ਕਰ ਲੈਂਦੇ ਆ। ਕੀ ਇਹ ਵਚਨ ਦੇ ਅਨੁਸਾਰ ਸਹੀ ਹੈ? ਕੀ ਪ੍ਰਭੂ ਇਸ ਤਰ੍ਹਾਂ ਸਵੀਕਾਰ ਨਹੀਂ ਕਰੇਗਾ ਕਿ ਇੱਕ ਵਿਅਕਤੀ ਜਿਹੜਾ ਵਿਆਹਣ ਜਾ ਰਿਹਾ ਜਾਂ ਵਿਆਹਣ ਜਾ ਰਹੀ ਹੈ ਉਸ ਨੂੰ ਸਵੀਕਾਰ ਨਹੀਂ ਕਰੇਗਾ, ਜਾਂ ਵਿਆਹ ਪਾਉਣ ਵਾਲਾ ਉਸ ਨੂੰ ਸਵੀਕਾਰ ਨਹੀਂ ਕਰੇਗਾ? ਪਰ ਅਸੀਂ ਆਪਣੀਆਂ ਇੱਛਾਵਾਂ ਨੂੰ ਇਸ ਸੰਸਾਰ ਦੇ ਨਾਲ ਸੁੰਦਰਤਾ ਦੇ ਵਿੱਚ ਪ੍ਰਗਟ ਕਰਕੇ ਕਰਨਾ ਚਾਹੁੰਦੇ, ਜਦ ਕਿ ਸੰਸਾਰ ਤੁਹਾਡੇ ਵਿੱਚ ਮਸੀਹ ਨੂੰ ਵੇਖਣਾ ਚਾਹੁੰਦਾ। ਫਿਰ ਉਹ ਸੰਸਾਰ ਵੀ ਕੀ ਕਰ, ਇਹ ਵੀ ਤਾਂ ਸਾਡੇ ਵਰਗਾ ਹੀ ਹੈ, ਚੱਲਦਾ ਹੈ ਜੀ। ਹਾਂ, ਪ੍ਰਸ਼ਾਦ ਖਾ ਲਓ, ਪ੍ਰਾਰਥਨਾ ਕਰਕੇ, ਸਾਡੇ ਪਾਦਰੀਆਂ ਨੇ ਕਿਹਾ ਪ੍ਰਾਰਥਨਾ ਕਰਕੇ ਖਾ ਲਓ, ਚੱਲਦਾ ਹੈ ਜੀ। ਮੇਰੇ ਪਿਆਰੇ ਅਜ਼ੀਜ਼, ਇਸਰਾਇਲ ਨੂੰ ਪਰਮੇਸ਼ਰ ਨੇ ਇੱਕ ਬੜੀ ਸੁੰਦਰ ਗੱਲ ਕਹੀ ਸੀ, ਤੁਸੀਂ ਇਹਨਾਂ 7 ਕੌਮਾਂ ਦੇ ਨਾਲ ਮਿਲਣਾ ਨਹੀਂ ਹੈ। ਜੇ ਮਿਲੋਗੇ ਤਾਂ ਤੁਹਾਡੀ ਭਗਤੀ ਨੂੰ ਉਹ ਨਸ਼ਟ ਕਰ ਦੇਣਗੇ। ਅੱਜ ਕੁਝ ਅਜਿਹਾ ਹੀ ਕਲੀਸਿਆਈ ਇਤਿਹਾਸ ਦੇ ਵਿੱਚ ਹੋ ਰਿਹਾ ਹੈ। ਉਹਨਾਂ ਪੱਕੇ ਵਿਸ਼ਵਾਸੀਆਂ ਦੇ ਉੱਤੇ ਵੀ ਜਿਹੜੇ ਆਪਣੇ ਆਪ ਨੂੰ ਅੱਛੇ ਤਰੀਕੇ ਨਾਲ ਅੱਛੇ ਵਿਸ਼ਵਾਸੀ ਮੰਨਦੇ ਨੇ। ਮੇਰਾ ਕਹਿਣ ਦਾ ਇਸ ਵਚਨ ਦੇ ਨਾਲ ਕੀ ਹੈ, ਅੰਤ ਦੇ ਦਿਨਾਂ ਦੇ ਵਿੱਚ ਬੜੇ ਬੜੇ ਵਿਸ਼ਵਾਸੀ ਵੀ ਭਟਕ ਜਾਣਗੇ। ਇੱਥੇ ਹੋ ਰਿਹਾ ਹੈ। ਇਹ ਨੀਹਾਂ ਲਗਾਤਾਰ ਹਮਲੇ ਕਰਦੀਆਂ ਕਲੀਸਿਆ ਦੇ ਹੇਠ, ਅਤੇ ਕਈ ਲੋਕ ਆਪਣੇ ਆਪ ਨੂੰ ਕਲੀਸਿਆ ਦੇ ਵਿੱਚ ਕੁਝ ਉੱਚ ਦਰਜਾ ਲੈਣ ਦੇ ਲਈ, ਉੱਚ ਦਰਜੇ ਦੇ ਸਥਾਨ ਨੂੰ ਪ੍ਰਾਪਤ ਕਰਨ ਦੇ ਲਈ ਆਪਣੇ ਚਰਚ ਨੂੰ ਛੱਡ ਕੇ ਦੂਸਰੇ ਚਰਚ, ਹਾਂਜੀ ਉਹ ਮੈਨੂੰ ਸਥਾਨ ਦਊਗਾ। ਦਲ ਬਦਲੂ। ਬਾਣੀ ਦੱਸਦੀ ਹੈ ਜੇ ਪਰਮੇਸ਼ਰ ਸਾਨੂੰ ਉੱਚਾ ਸਥਾਨ ਨਾ ਦੇਵੇ ਤਾਂ ਦੂਸਰਿਆਂ ਦੇ ਲਈ ਉੱਚੇ ਸਥਾਨ ਦੇ ਨਾਲ ਪਰਮੇਸ਼ਰ ਦੇ ਅੱਗੇ ਤੁਹਾਡੀ ਮਹਿਮਾ ਨਹੀਂ ਹੈ, ਵਡਿਆਈ ਨਹੀਂ। ਪਰ ਅਸੀਂ ਸੱਚਾਈ ਨੂੰ ਮੰਨਣ ਦੇ ਲਈ ਜ਼ਿੰਮੇਦਾਰ ਹਾਂ। ਅਸੀਂ ਸੱਚਾਈ ਨੂੰ ਮੰਨਦੇ ਹਾਂ, ਅਸੀਂ ਇਹਦੇ ਜ਼ਿੰਮੇਵਾਰੀ ਸਾਡੇ ਵਿੱਚ ਹੈ, ਇਹ ਪ੍ਰਗਟ ਕਰਨੀ ਹੈ ਜਿਹੜੀ ਸਾਨੂੰ ਮਿਲੀ ਹੈ। ਅਕਸਰ ਲੋਕ ਸਹੀ ਸਿੱਖਿਆ ਨੂੰ ਦਿਮਾਗੀ ਤੌਰ ਦੇ ਨਾਲ ਮੰਨਦੇ ਆ, ਦਿਲੋਂ ਨਹੀਂ ਮੰਨਦੇ। ਕਿਸੇ ਨਾਲ ਗੱਲ ਕਰੀਏ ਤਾਂ ਉਹ ਕਹਿੰਦਾ ਨਹੀਂ ਜੀ ਏਦਾਂ ਏਦਾਂ, ਆਹ ਗੱਲ ਹੈ। ਜਦੋਂ ਮੈਂ ਸ਼ੁਰੂਆਤੀ ਦਿਨਾਂ ਦੇ ਵਿੱਚ ਆਇਆ ਸੀ, ਮੈਂ ਪ੍ਰਚਾਰ ਕਰਦਾ ਸੀ, ਤਾਂ ਕਈਆਂ ਨੇ ਮੈਨੂੰ ਕਿਹਾ ਭਾਈ ਜਗਦੇਵ ਦੇ ਅੰਦਰ ਪਵਿੱਤਰ ਆਤਮਾ ਹੀ ਹੈ ਨਹੀਂ, ਕਿਉਂਕਿ ਉਹ ਦਿਮਾਗੀ ਤੌਰ ਦੇ ਨਾਲ ਸੋਚਦੇ ਸੀ ਜਦ ਤੱਕ ਉਹਨਾਂ ਦੇ ਵਿੱਚ ਇਹ ਗੱਲਾਂ ਨਹੀਂ ਹੋਣਗੀਆਂ, ਇਹ ਭਾਸ਼ਾ ਨਹੀਂ ਆਉਂਦੀ ਹੈ, ਉਦੋਂ ਤੱਕ ਇਹਨਾਂ ਦੇ ਵਿੱਚ ਆਤਮਾ ਹੀ ਹੈ ਨਹੀਂ। ਬਿਨਾਂ ਆਤਮਾ ਦੀ ਸਮਝ ਦੇ ਨਾਲ ਤੁਸੀਂ ਪਰਮੇਸ਼ਰ ਦੇ ਵਚਨ ਦਾ ਵਿਕਾਸਵਾ ਨਹੀਂ ਕਰ ਸਕਦੇ। ਬਿਨਾਂ ਪਰਮੇਸ਼ਰ ਦੇ ਵਚਨ ਦੇ ਨਾਲ ਤੁਸੀਂ ਪ੍ਰਾਰਥਨਾ ਨਹੀਂ ਕਰ ਸਕਦੇ। ਬਿਨਾਂ ਪਰਮੇਸ਼ਰ ਦੇ ਵਚਨ ਦੇ ਨਾਲ ਤੁਸੀਂ ਆਪਣੇ ਜੀਵਨ ਦੇ ਵਿੱਚ ਕਿੱਥੇ ਪਰਮੇਸ਼ਰ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ ਹੈ, ਕਿਹੜੀ ਜਗ੍ਹਾ ਦੇ ਉੱਤੇ ਰੱਖਣਾ ਚਾਹੁੰਦਾ ਹੈ, ਉਹ ਅਗਵਾਈ ਨਹੀਂ ਪਾ ਸਕਦੇ। ਇਹ ਮੇਰੇ ਖੁਦ ਦੇ ਵਿਅਕਤੀਗਤ ਤਜਰਬੇ ਹੈ। ਹਰ ਇੱਕ ਕੰਮ ਦੇ ਵਿੱਚ ਪਰਮੇਸ਼ਰ ਨੇ ਮੈਨੂੰ ਇੱਕ ਅਗਵਾਈ ਦਿੱਤੀ ਹੈ। ਆਪਣੇ ਵਚਨ ਦੇ ਵਿੱਚ ਮੈਂ ਦੱਸ ਸਕਦਾ ਹਾਂ, ਜਦੋਂ ਪਰਮੇਸ਼ਰ ਨੇ ਮੈਨੂੰ ਨਵੇਂ ਜਨਮ ਦੇ ਲਈ ਚੁਣਿਆ, ਉਸ ਵੇਲੇ ਪਰਮੇਸ਼ਰ ਨੇ ਕਿਹੜਾ ਵਚਨ ਦਿੱਤਾ ਮੈਨੂੰ ਪਤਾ ਹੈ। ਜਦੋਂ ਮੈਂ ਬੈਪਟਾਈਜ਼ ਹੋਇਆ, ਉਸ ਵੇਲੇ ਪਰਮੇਸ਼ਰ ਨੇ ਮੈਨੂੰ ਕਿਸ ਵਚਨ ਦੇ ਨਾਲ ਪ੍ਰੇਰਿਤ ਕੀਤਾ ਮੈਨੂੰ ਪਤਾ ਹੈ। ਜਦੋਂ ਪਰਮੇਸ਼ਰ ਮੈਨੂੰ ਆਪਣੇ ਵਚਨ ਦੀ ਸਿੱਖਿਆ ਦੇ ਲਈ ਅਲੱਗ ਆਪਣਾ ਪ੍ਰਾਂਤ ਦੇ ਵਿੱਚ ਲੈ ਕੇ ਗਿਆ ਸਿੱਖਣ ਦੇ ਲਈ, ਮੈਂ ਗਿਆ, ਉਹ ਵਚਨ ਮੇਰੇ ਕੋਲ ਮੈਨੂੰ ਪਤਾ ਹੈ। ਜਦੋਂ ਮੈਂ ਪਰਮੇਸ਼ਰ ਦੇ ਸੇਵਾ ਦੇ ਖੇਤਰ ਦੇ ਵਿੱਚ ਆਇਆ, ਪਰਮੇਸ਼ਰ ਨੇ ਮੈਨੂੰ ਇਸ ਸੇਵਾ ਦੇ ਵਿੱਚ ਰੱਖਿਆ, ਉਹ ਵਚਨ ਮੈਨੂੰ ਪਤਾ ਹੈ, ਕਿਉਂਕਿ ਵਚਨ ਦੇ ਨਾਲ ਹੀ ਉਹ ਗੱਲਾਂ ਕਰਦਾ ਹੈ।
ਉਹਦਾ ਇਨਕਾਰ ਨਹੀਂ ਅਸੀਂ ਕਰ ਸਕਦੇ। ਇਹ ਸੱਚਾਈ ਹੈ। ਜਦ ਤੱਕ ਇਹ ਸੱਚਾਈ ਸਾਡੇ ਜੀਵਨ ਦੇ ਵਿੱਚ ਦਿਲੋਂ ਨਹੀਂ ਆਉਂਦੀ ਹੈ, ਦਿਲੋਂ ਅਸੀਂ ਪਰਮੇਸ਼ਰ ਨੂੰ ਪਿਆਰ, ਦਿਮਾਗ ਦੇ ਨਾਲ ਪਿਆਰ ਕਰਦੇ ਹਾਂ, ਪ੍ਰਗਟ ਹੋ ਜਾਂਦਾ ਹੈ। ਇਹ ਦਿਮਾਗ ਦੀਆਂ ਗੱਲਾਂ, ਦਿਲ ਦੀਆਂ ਗੱਲਾਂ। ਦਿਲ ਤੋਂ ਜਿਸ ਭਾਈ ਭੈਣ ਨੂੰ ਮੈਂ ਪਿਆਰ ਕਰਦਾ ਉਹਨੂੰ ਮੈਂ ਕਦੇ ਕੱਟ ਨਹੀਂ ਸਕਦਾ, ਭਾਵੇਂ ਉਹ ਮੇਰੇ ਨਾਲ ਲੜਿਆ ਹੋਵੇ, ਭਾਵੇਂ ਉਹ ਮੇਰੇ ਨਾਲ ਗੁੱਸੇ ਹੋਵੇ, ਭਾਵੇਂ ਉਹ ਕਿਸ ਤਰ੍ਹਾਂ ਵੀ ਹੋਵੇ, ਮੈਂ ਉਹਨੂੰ ਨਹੀਂ ਕੱਟ ਸਕਦਾ। ਪਤਰਸ ਨੇ ਕਿੰਨੇ ਵਾਰ ਪ੍ਰਭੂ ਯਿਸੂ ਮਸੀਹ ਦਾ ਇਨਕਾਰ ਕੀਤਾ, ਪਰ ਪ੍ਰਭੂ ਨੇ ਉਸ ਦੇ ਨਾਲ ਪਿਆਰ ਕੀਤਾ, ਉਹਨੂੰ ਛੱਡਿਆ ਨਹੀਂ। ਇਸ ਕਰਕੇ ਪ੍ਰਭੂ ਨੇ ਲਾਸਟ ਦੇ ਵਿੱਚ ਪਤਰਸ ਨੂੰ ਪੁੱਛਿਆ, ਹੇ ਸ਼ਮੌਨ ਯੋਨਾ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ? ਪ੍ਰਭੂ ਪਿਆਰ ਕਰਦਾ ਹੈ, ਦਿਲੋਂ ਪਿਆਰ ਕਰਦਾ ਹੈ, ਦਿਮਾਗ ਤੋਂ ਨਹੀਂ। ਬਹੁਤੇ ਲੋਕ ਦਿਮਾਗ ਦੇ ਨਾਲ ਪਰਮੇਸ਼ਰ ਦੇ ਪਿੱਛੇ ਚੱਲਦੇ ਆ, ਦਿਮਾਗ ਦੇ ਨਾਲ, ਪੈਸੇ ਦੇ ਨਾਲ ਪਰਮੇਸ਼ਰ ਦੇ ਵਚਨ ਦਾ ਉਸ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਆ, ਆਪਣੇ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕਰਦੇ ਆ। ਮੇਰੇ ਪਿਆਰੇ ਅਸੀਸ, ਉਹ ਥੋੜੇ ਚਿਰ ਹੈ, ਉਸ ਤੋਂ ਬਾਅਦ ਉਹ ਫਨਾ ਹੋ ਜਾਂਦੇ ਆ, ਉਹਨਾਂ ਦਾ ਵਜੂਦ ਨਹੀਂ ਲੱਭਦਾ। ਫਿਰ ਉਹਦੇ ਵਿੱਚ ਮੈਂ ਦੇਖਦਾ ਕਿ ਉਹ ਦਿਮਾਗੀ ਤੌਰ ਨਾਲ ਕਰਦੇ ਆ, ਪਰ ਵਿਸ਼ਵਾਸ ਦੇ ਸਦਕਾ ਉਹਨਾਂ ਨੂੰ ਦਿਲ ਵਿੱਚ ਸਵੀਕਾਰ ਨਹੀਂ ਕਰਦੇ, ਉਹ ਦਿਮਾਗ ਤੱਕ ਹੀ ਰੱਖਦੇ ਆ। ਹਾਂ, ਜਦੋਂ ਮੈਂ ਉਹਨਾਂ ਕੋਲ ਗਿਆ, ਹਾਂਜੀ ਬ੍ਰਦਰ ਜੀ ਅਸੀਂ ਤੁਹਾਡੇ ਨਾਲ ਹੀ ਹਾਂ, ਪਰ ਦਿਲੋਂ ਉਹ ਸਵੀਕਾਰ ਨਹੀਂ ਕਰਦੇ। ਜਿਹੜੇ ਦਿਲੋਂ ਸਵੀਕਾਰ ਕਰਦੇ ਆ ਉਹ ਦਿਲ ਦੇ ਨਾਲ ਮਿਲਦੇ ਵੀ ਹੈ, ਉਸ ਵਚਨ ਦਾ ਆਦਰ ਵੀ ਕਰਦੇ ਆ। ਪਰਮੇਸ਼ਰ ਚਾਹੁੰਦਾ ਹੈ ਅਸੀਂ ਇਸ ਤਰ੍ਹਾਂ ਕਰੀਏ। ਫਿਰ ਉਹ ਸੱਚੀ ਕਹਾਵਤ ਉਹਨਾਂ ਦੇ ਉੱਤੇ ਠੀਕ ਬੈਠਦੀ ਹੈ। ਕਿਹਨਾਂ ਦੇ ਉੱਤੇ? ਜਿਹੜੇ ਵਚਨ ਦੇ ਨਾਲ, ਪੈਸੇ ਦੇ ਨਾਲ ਵਚਨ ਨੂੰ ਆਪਣਾ ਖਰੀਦਣ ਦੀ ਕੋਸ਼ਿਸ਼ ਕਰਦੇ ਆ, ਜਿਹੜੇ ਆਪਣੇ ਉੱਚੇ ਅਹੁਦੇ ਦੇ ਨਾਲ ਪਰਮੇਸ਼ਰ ਦੇ ਵਚਨ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਆ, ਜਿਹੜੇ ਲੋਕਾਂ ਨੂੰ ਆਪਣੇ ਜੀਵਨ ਦੇ ਵਿੱਚ ਪੈਸੇ ਦੇ ਅਹੁਦੇ ਦੇ ਨਾਲ ਕਲੀਸਿਆ ਚਲਾਉਣ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਦੇ ਉੱਤੇ ਇੱਕ ਕਹਾਵਤ ਪਤਰਸ ਦੀ ਪੱਤਰੀ ਦੇ ਵਿੱਚ ਜਦੋਂ 21:22 ਨੂੰ ਪੜ੍ਹਦੇ ਆ ਤਾਂ ਉਹ ਬੜੀ ਸਾਫ਼ ਅਤੇ ਠੀਕ ਬਣਦੀ ਕਿ ਕੁੱਤਾ ਆਪਣੇ ਉੱਪਰ ਛਲ ਵੱਲ ਮੁੜਿਆ ਅਤੇ ਨਲਾਈ ਹੋਈ ਸੂਰਨੀ ਚਿੱਕੜ ਵਿੱਚ ਲੇਟਣ ਨੂੰ ਮੁੜ ਗਈ। ਇਹ ਕਹਾਵਤ ਉਹਨਾਂ ਦੇ ਉੱਤੇ ਠੀਕ ਬੈਠਦੀ ਹੈ। ਯਹੂਦਾ ਨੇ ਵੀ ਉਸ ਨੇਚਾ ਦੇ ਲਈ ਜਿਹੜੀ ਇੱਕੋ ਹੀ ਵਾਰ ਸੰਤਾਂ ਨੂੰ ਸੌਂਪੀ ਗਈ ਸੀ, ਯਤਨ ਕਰਨ ਦੀ ਜ਼ਰੂਰੀ ਲੋੜ ਬਾਰੇ ਲਿਖਿਆ। ਯਹੂਦਾ ਦੀ ਪੱਤਰੀ। ਯਹੂਦਾ ਨੇ ਵੀ ਪ੍ਰਭੂ ਯਿਸੂ ਮਸੀਹ ਨੂੰ 30 ਚਾਂਦੀ ਦੇ ਸਿੱਕਿਆਂ ਨਾਲ ਵੇਚ ਦਿੱਤਾ। ਕਈ ਆਪਣਾ ਵਚਨ ਨੂੰ ਵੀ ਇਸੇ ਤਰ੍ਹਾਂ ਵੇਚ ਦਿੰਦੇ ਆ ਕਲੀਸਿਆ ਦੇ ਵਿੱਚ। ਫਿਰ ਜਦੋਂ ਇਸ ਕਲੀਸਿਆ ਦੂਸਰੀ ਉਹਦੀ ਆਪਣਾ ਨਿਖੇਧੀ ਕਰਨੀ ਨਹੀਂ ਛੱਡਦੇ, ਉਹਦੀ ਨਿੰਦਾ ਹੀ ਨਿੰਦਾ ਕਰਦੇ। ਮੈਂ ਤਾਂ ਕਈ ਇੱਥੇ ਪ੍ਰਚਾਰਕਾਂ ਨੂੰ ਦੇਖਿਆ, ਲੈ ਉਹ ਭਾਈ ਏਦਾਂ, ਉੱਥੇ ਤਾਂ ਆਹ ਚੀਜ਼ ਦੀ ਆਪਣਾ ਇਜਾਜ਼ਤ ਹੀ ਨਹੀਂ, ਉਹ ਬੜੇ ਸਖਤ। ਵਚਨ ਸਖਤ ਨਹੀਂ ਹੋ ਸਕਦਾ ਹੈ। ਮੂਸਾ 40 ਦਿਨ ਪਹਾੜ ਤੇ ਰਿਹਾ। ਤੁਸੀਂ ਇੱਕ ਵਾਰ ਉਹਦੇ ਨਾਲ, ਪਰਮੇਸ਼ਰ ਦੇ ਵਚਨ ਦੇ ਨਾਲ ਰਹਿ ਕੇ ਤਾਂ ਦੇਖੋ, ਉਹਦੀ ਖੱਲ ਚਮਕ ਰਹੀ ਸੀ ਔਰ ਲੋਕਾਂ ਨੇ ਵੇਖਿਆ ਕਿ ਉਹ ਖੱਲ ਚਮਕ ਰਹੀ ਸੀ। ਸੱਚਮੁੱਚ ਮੂਸਾ ਦੇ ਅੰਦਰ ਪਰਮੇਸ਼ਰ ਦੇ ਨਾਲ ਦਿਲੋਂ ਪ੍ਰੇਮ ਸੀ ਔਰ ਦਿਲੋਂ ਪਰਮੇਸ਼ਰ ਦੇ ਵਚਨ ਦਾ ਆਦਰ ਸਤਿਕਾਰ ਕਰਦਾ ਸੀ। ਪੌਲਸ ਵੀ ਇਸੇ ਤਰ੍ਹਾਂ ਪਰਮੇਸ਼ਰ ਦਾ ਦਿਲੋਂ ਆਦਰ ਸਤਿਕਾਰ ਕਰਦਾ ਸੀ। ਜਦੋਂ ਪਰਮੇਸ਼ਰ ਦਾ ਪ੍ਰਕਾਸ਼ ਰਾਹ ਦੇ ਵਿੱਚ ਉਹਦੇ ਜੀਵਨ ਦੇ ਵਿੱਚ ਚਮਕਿਆ, ਉਹ ਪਿੱਛੇ ਮੁੜ ਕੇ ਨਹੀਂ ਮੁੜਿਆ, ਉਹ ਚੱਲਦਾ ਹੀ ਗਿਆ। ਕੁਝ ਗੱਲਾਂ ਮੈਂ ਆਪ ਨੂੰ ਦੱਸਣਾ ਚਾਹੁੰਦਾ ਜਿਹੜੀਆਂ ਲਿਖੀਆਂ ਹੋਈਆਂ ਨੇ, ਜਿਹੜੀਆਂ ਇਸ ਸਮੇਂ ਵਿਸ਼ਵਾਸ ਉੱਤੇ ਉਹਨਾਂ ਦੁਆਰਾ ਹਮਲੇ ਕੀਤੇ ਗਏ, ਜਿਨ੍ਹਾਂ ਦੇ ਕਿਹਾ ਗਿਆ। ਪਹਿਲੀ ਗੱਲ, ਉਹ ਕੀ ਕਹਿੰਦੇ ਆ? ਸਾਡੇ ਉਦਮ ਚੰਗੇ ਹੈ ਜੀ, ਪਾਦਰੀ ਸਾਡੇ ਪਿੱਛੇ ਆਊਗਾ, ਸਾਡੇ ਕੰਮ ਚੰਗੇ ਆ, ਸਾਡੇ ਕੋਲ ਪੈਸਾ ਆਪੇ ਹੀ ਨੱਠਾ ਹੋਊਗਾ, ਉਹਨੂੰ ਲੋੜ ਵਾ। ਦੂਸਰੀ ਗੱਲ, ਸਾਨੂੰ ਬਲੀਦਾਨ ਦੀ ਲੋੜ ਨਹੀਂ, ਸੈਕਰੀਫਾਈ ਕਰਨ ਦੀ ਲੋੜ ਨਹੀਂ। ਕਲੀਸਿਆ 'ਚ ਹੈਗੇ, ਅਸੀਂ ਆਪੇ ਉੱਚੇ ਉਹਦੇ, ਸਾਨੂੰ ਇਹ ਕਰਨ ਦੀ ਲੋੜ ਨਹੀਂ। ਤੀਸਰੀ ਗੱਲ, ਉਹ ਪਰਮੇਸ਼ਰ ਦੇ ਆਧਾਰ ਦੇ ਬੋਲਦੇ ਤਾਂ ਹਨ ਪਰ ਚੱਲਦੇ ਨਹੀਂ। ਚੌਥੀ ਗੱਲ,
ਉਹ ਪਰਮੇਸ਼ਵਰ ਨੂੰ ਸਵੀਕਾਰ ਤਾਂ ਲੋਕਾਂ ਦੇ ਅੱਗੇ ਕਰਦੇ ਆ, ਪਰ ਕੰਮ ਕਰਨ ਦੇ ਵਿੱਚ ਉਸ ਦਾ ਤਿਰਸਕਾਰ ਕਰਦੇ ਆ। ਕਿਉਂ ਜੋ ਉਹ ਕੈਨ ਦੇ ਰਾਹ ਲੱਗ ਤੁਰੇ ਅਤੇ ਲਾਹੇ ਪਿੱਛੇ ਬਿਲਾਮ ਦੇ ਭਰਮ ਵਿੱਚ ਸਿਰ ਤੋੜ ਭੱਜੇ, ਕੋਰਾ ਦੇ ਵਿਰੁੱਧ ਉਹਨਾਂ ਦਾ ਨਾਸ਼ ਹੋਇਆ। ਯਹੂਦਾ 1:11 ਦੇ ਵਿੱਚ ਇਹ ਲਿਖਿਆ ਹੈ। ਕਿਉਂ ਪਰਮੇਸ਼ਵਰ ਦਾ ਦਾਸ ਇੱਥੇ ਪਤਰਸ ਇਹ ਲਿਖ ਰਿਹਾ ਹੈ, ਯਹੂਦਾ ਇਹ ਲਿਖ ਰਿਹਾ, ਪੌਲਸ ਨੇ ਵੀ ਇਹ ਗੱਲ ਲਿਖੀ, ਉਹ ਵੀ ਮੈਂ ਆਪ ਨੂੰ ਪੜ੍ਹ ਦਿੰਦਾ ਹਾਂ। ਇੱਥੇ 2 ਤਿਮੋਥੀਅਸ 4:3 ਦੇ ਵਿੱਚ ਲਿਖਿਆ, ਕਿਉਂ ਜੋ ਉਹ ਸਮਾਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ, ਪਰ ਕੰਨਾਂ ਦੀ ਜਲੂਨ ਦੇ ਕਾਰਨ ਆਪਣੇ ਵਿਸ਼ਿਆਂ ਦੇ ਅਨੁਸਾਰ ਢੇਰ ਸਾਰੇ ਗੁਰੂ ਧਾਰਨ ਕਰ ਲੈਣਗੇ। ਉਹਨਾਂ ਦਾ ਇੱਕ ਗੁਰੂ ਨਹੀਂ ਹੈ, ਉਹਨਾਂ ਦੀ ਇੱਕ ਕਲੀਸਿਆ ਨਹੀਂ ਹੈ। ਉਸ ਸ਼ਬਦ ਨੂੰ ਉਹ ਸੁਣਦੇ ਨਹੀਂ ਹੈ, ਉਸ ਦੇ ਉੱਤੇ ਮਨਨ ਨਹੀਂ ਕਰਦੇ। ਜੋ ਕਹਿੰਦਾ ਹਾਂਜੀ ਉਹ ਵਧੀਆ, ਘਰ ਆ ਕੇ ਬਾਈਬਲ 'ਚ ਦੇਖਦੇ ਨਹੀਂ ਉਹ ਸਹੀ ਹੈ ਜਾਂ ਨਹੀਂ। ਮੇਰੇ ਪਿਆਰੇ ਅਸੀਸ, ਪਰਮੇਸ਼ਰ ਦਾ ਵਚਨ ਜੋ ਸਾਨੂੰ ਸਿਖਾਉਂਦਾ ਹੈ, ਇਸ ਲਈ ਪਰਮੇਸ਼ਰ ਦਾ ਵਚਨ ਜਿਹੜਾ ਹੈ, ਯਾਕੂਬ ਕਹਿੰਦਾ ਹੈ, ਜਦੋਂ ਤੁਸੀਂ ਸ਼ੀਸ਼ੇ ਮੋਹਰੇ ਜਾਂਦੇ ਹੋ ਤਾਂ ਆਪਣੇ ਮੂੰਹ ਨੂੰ ਚੰਗੀ ਤਰ੍ਹਾਂ ਸਵਾਰਦੇ ਅਤੇ ਦੇਖਦੇ ਹੋ ਕਿਤੇ ਇਹਦੇ 'ਚ ਕੋਈ ਬੁਰਾਈ ਤਾਂ ਨਹੀਂ ਹੈ, ਇਹਦੇ ਵਿੱਚ ਕੋਈ ਅਜਿਹੀ ਗੱਲ ਤਾਂ ਨਹੀਂ ਜਿਸ ਤੋਂ ਲੋਕ ਮੈਨੂੰ ਨਾ ਪਸੰਦ ਕਰ। ਤੇ ਪਰਮੇਸ਼ਰ ਦਾ ਵਚਨ ਮੇਰੇ ਲਈ ਸ਼ੀਸ਼ੇ ਦੀ ਮਾਨੰਦ ਹੈ। ਇਹਦੇ ਵਿੱਚ ਜੋ ਕੁਝ ਵੀ ਲਿਖਿਆ ਮੇਰੇ ਸੁਧਾਰਨ ਅਤੇ ਤਾੜਨ ਅਤੇ ਪਰਮੇਸ਼ਵਰ ਦੇ ਪਿੱਛੇ ਗਜਾਉਣ ਦੇ ਲਈ ਹੈ। ਜੇ ਮੈਂ ਨਹੀਂ ਕਰ ਰਿਹਾ ਵਚਨ ਦੇ ਅਨੁਸਾਰ ਤਾਂ ਮੈਂ ਆਪਣੇ ਸਰੀਰ ਦੀ ਇੱਛਾ ਨੂੰ ਪੂਰੀ ਕਰ ਰਿਹਾ, ਪਰ ਪਰਮੇਸ਼ਵਰ ਦੀ ਜੋ ਇੱਛਾ ਮੇਰੀ ਆਤਮਿਕ ਜ਼ਿੰਦਗੀ ਨੂੰ ਪਰਮੇਸ਼ਵਰ ਦੇ ਨਾਲ ਉੱਚਾ ਕਰਨ ਦੀ ਹੈ, ਉਸ ਨੂੰ ਮੈਂ ਪੂਰਾ ਨਹੀਂ ਕਰ ਰਿਹਾ। ਪਰਮੇਸ਼ਵਰ ਚਾਹੁੰਦਾ ਹੈ ਕਿ ਅਸੀਂ ਉਸ ਦੇ ਆਤਮਿਕ ਵਚਨ ਦੇ ਨਾਲ ਆਤਮਿਕਤਾ ਦੇ ਵਿੱਚ ਉੱਚੇ ਹੋਈਏ। ਸਰੀਰ ਆਪਣੇ ਆਪ ਉੱਚਾ ਹੋ ਜਾਏਗਾ, ਪਰ ਅਸੀਂ ਆਤਮਾ ਦੇ ਲਈ ਕੁਝ ਨਹੀਂ ਕਰ ਰਹੇ। ਸਰੀਰ ਦੇ ਲਈ ਜਦੋਂ ਜਹਿਦ ਕਰ ਰਹੇ ਹਾਂ, ਸਰੀਰ ਦੇ ਲਈ ਅਸੀਂ ਸਰੀਰ ਦੇ ਲਈ ਲੱਖਾਂ ਰੁਪਈਆ ਅਸੀਂ ਖਰਾਬ ਕਰ ਦਿੱਤਾ, ਪਰ ਆਤਮਾ ਦੇ ਲਈ ਕੀ ਕੀਤਾ ਹੈ? ਆਤਮਾ ਦੇ ਲਈ ਕੁਝ ਕਰ ਰਹੇ ਹਾਂ? ਮੇਰੇ ਪਿਆਰੇ ਅਸੀਸ, ਜੋ ਤੁਸੀਂ ਆਤਮਾ ਦੇ ਲਈ ਕਰ ਰਹੇ ਹੋ, ਉਹ ਸਵਰਗ ਦੇ ਵਿੱਚ ਉਸ ਦਾ ਪ੍ਰਤੀਫਲ ਮਿਲੇਗਾ। ਇਸੇ ਕਰਕੇ ਬਾਣੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਕਿਹਾ, ਜੋ ਤੁਸੀਂ ਧਰਤੀ ਤੇ ਬਣੋਗੇ ਉਹ ਸਵਰਗ ਦੇ ਵਿੱਚ ਖੋਲਿਆ ਜਾਵੇਗਾ। ਜੇ ਆਤਮਿਕਤਾ ਦੇ ਨਾਲ ਕੀਤਾ ਹੈ ਤਾਂ ਸਵਰਗ ਦੇ ਵਿੱਚ ਆਤਮਿਕਤਾ ਦੇ ਨਾਲ ਤੁਹਾਡੇ ਬਾਰੇ ਬੋਲਿਆ ਜਾਏਗਾ, ਮੇਰੇ ਬਾਰੇ ਬੋਲਿਆ ਜਾਏਗਾ। ਜੇ ਨਹੀਂ ਤਾਂ ਜੋ ਗੱਲ ਇੱਥੇ ਲਿਖੀ ਹੈ, ਬਹੁਤੇ ਉਹਨਾਂ ਦੇ ਲੁੱਚਪਣੇ ਦੇ ਮਗਰ ਲੱਗ ਕੇ ਅਤੇ ਉਹਨਾਂ ਦੇ ਕਾਰਨ ਸੱਚਾਈ ਦੇ ਮਗਰ ਲੱਗ ਕੇ ਸੱਚਾਈ ਦੇ ਮਾਰਗ ਦੇ ਵਿੱਚ ਫਿਰ ਉਹਨਾਂ ਦੀ ਬਦਨਾਮੀ ਹੁੰਦੀ ਹੈ। ਇਸ ਲਈ ਮੇਰੇ ਭਾਈ ਅਤੇ ਭੈਣ, ਮੈਂ ਆਪ ਦੇ ਕੇ ਬੇਨਤੀ ਕਰਦਾ, ਜੇ ਸੱਚਾਈ ਦੇ ਵਚਨ ਦੇ ਮਗਰ ਲੱਗ ਗਏ ਤਾਂ ਉਹਦੇ ਪਿੱਛੇ ਚੱਲੋ। ਉਸ ਦੇ ਕੁਰਾਹੇ ਪੈ ਕੇ ਬਦਨਾਮੀ ਦਾ ਕਾਰਨ ਨਾ ਬਣੋ। ਪਰਮੇਸ਼ਰ ਨੇ ਮੈਨੂੰ ਅੱਛਾਈ ਦੇ ਲਈ ਚੁਣਿਆ ਹੈ, ਸੱਚਾਈ ਦੇ ਲਈ ਚੁਣਿਆ ਹੈ। ਉਸ ਸੱਚਾਈ ਦੇ ਮਗਰ ਤੁਰ ਕੇ ਆਗਿਆਕਾਰੀਤਾ ਦੇ ਨਾਲ ਪ੍ਰੇਮ ਦੇ ਕਟੀਬੰਧ ਨੂੰ ਜਿਹੜਾ ਮੇਰੇ ਜੀਵਨ ਦੇ ਵਿੱਚ ਸਲੀਬ ਦੇ ਨਾਲ ਪ੍ਰਗਟ ਹੁੰਦਾ ਹੈ, ਉਸ ਦੇ ਲਈ ਚੁਣਿਆ ਹੈ। ਉਸ ਤੋਂ ਅੱਡ ਹੋ ਕੇ ਕੋਈ ਅਜਿਹਾ ਕੰਮ ਨਾ ਕਰੋ ਜਿਸ ਤੋਂ ਪਰਮੇਸ਼ਰ ਦੇ ਨਾਮ ਦੀ ਸਾਡੇ ਜੀਵਨ ਦੇ ਕਾਰਨ ਨਿੰਦਾ ਹੁੰਦੀ ਹੈ। ਆਓ ਅਸੀਂ ਆਪਣੇ ਜੀਵਨ ਵਿੱਚ ਇੱਕ ਪ੍ਰਣ ਕਰੀਏ, ਪ੍ਰਭੂ ਮੈਨੂੰ ਆਪਣੇ ਵਚਨ ਦੇ ਅਨੁਸਾਰ ਚੱਲਣ ਦੇ ਲਈ ਮਦਦ ਕਰ। ਮੈਂ ਤੇਰੇ ਵਚਨ ਦੇ ਨਾਲ ਕਿਸੇ ਵੀ ਵਿਅਕਤੀ ਦੇ ਜੀਵਨ ਦੇ ਵਿੱਚ ਇਸ ਧਰਤੀ ਦੇ ਉੱਤੇ ਤੇਰੇ ਵਚਨ ਦੇ ਪ੍ਰਤੀ ਨਿੰਦਾ ਦਾ ਕਾਰਨ ਨਹੀਂ ਬਣਾਂਗਾ। ਇਸ ਦੇ ਲਈ ਮੈਨੂੰ ਬਲ ਦੇ। ਇਹ ਪ੍ਰਾਰਥਨਾ ਕਰਕੇ ਆਪਣੇ ਜੀਵਨ ਨੂੰ ਬਤੀਤ ਕਰਨ ਦੇ ਲਈ ਪ੍ਰਭੂ ਆਪ ਨੂੰ ਅਤੇ ਮੈਨੂੰ ਬਲ ਦੇਵੇ। ਸਾਰਿਆਂ ਨੂੰ ਜੈ ਮਸੀਹ ਦੀ। ਮਹਾਰਾਜ।